वो भी नहीं आई, पोस्ट मैट्रिक स्कॉलरशिप भी नहीं आई, जेडे कॉन्स्टेंट कॉलेजां की ग्रांट है वो भी नहीं आई, जो भी पेंशन तो 2 महीने हो गए उन्होंने पई नहीं, पेंशन पई नहीं, पिछे जी भी नहीं सी उन्होंने 2 महीने पई। ओके ओके हो जाए सर, आप थोड़ा कर लिए जी। हाँ हाँ कर लेना, हाँ ठीक है, बाइट कर लीजिए, बात ला लो, सानू बात ला लो रे मैम साहब ਇਹਨੂੰ ਬੋਲ ਹਾਂ और ही कर लेंगे, नहीं पहले ਇਹਨੂੰ ਅਸੀਂ ठीक है ਆਪਣਾ करना 1 मिनट कर किथे हो जाए ਗੁਰਪ੍ਰੀਤ ਬਾਈ ਪਿੱਛੇ ਆ 1 ਮਿੰਟ ਕਰ ਲੈਣਾ ਪਹਿਲਾਂ ਹੋ ਜਾਏ ਐਕਚੁਅਲੀ ਉਹਨੂੰ ਪਤਾ ਲੱਗ ਜਾਂਦਾ ਸਾਰੀ ਗੱਲਬਾਤ। ਲੋ ਜੀ ਲੋ ਸਾਈਡ ਤੇ ਨਾ ਮੜਾ ਹਵਾ ਆਉਣ ਦੇ ਮੜੀ 10 ਮਿੰਟ। ਸੋ ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਹਿਬਾਨ, ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ਕੋਟਾ ਦੇ ਚੁਣੇ ਹੋਏ ਅਹੁਦੇਦਾਰ ਅਤੇ ਸਾਡੇ ਵਿੱਚ ਕੋਟਾ ਦੀ ਅਪੀਲ ਤੇ ਉਚੇਚੇ ਤੌਰ ਤੇ ਪਹੁੰਚੇ ਆਮ ਆਦਮੀ ਪਾਰਟੀ ਪੰਜਾਬ ਇਕਾਈ ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਲਗਾਤਾਰ 2 ਵਾਰ ਚੁਣੇ ਹੋਏ ਮੈਂਬਰ ਪਾਰਲੀਮੈਂਟ ਸਰਦਾਰ ਭਗਵੰਤ ਸਿੰਘ ਮਾਨ ਜੀ, ਆਪ ਸਾਰਿਆਂ ਦਾ ਇੱਥੇ ਪਹੁੰਚਣ ਤੇ ਬਹੁਤ ਸਵਾਗਤ ਹੈ। ਬਹੁਤ ਉਮੀਦ ਹੈ ਕਿ ਤੁਹਾਡੇ ਇਸ ਸਹਿਯੋਗ ਨਾਲ ਇਹ ਜਿਹੜਾ ਧਰਨਾ ਹੈ ਇਹਨੂੰ ਹੋਰ ਬਲ ਮਿਲੇਗਾ, ਇਹਨੂੰ ਹੋਰ ਸ਼ਕਤੀ ਮਿਲੇਗੀ। ਸੋ ਮਾਲਵੇ ਦੀ ਜਿਹੜੀ ਇਹ ਸਿਰਮੌਰ ਸੰਸਥਾ ਜੋ ਇੱਕ ਭਾਸ਼ਾ ਦੇ ਨਾਮ ਤੇ, ਪੰਜਾਬੀ ਭਾਸ਼ਾ ਦੇ ਨਾਮ ਤੇ ਬਣੀ ਹੋਈ ਸੰਸਥਾ, ਜਿਸ ਦਾ ਮੋਟਿਵ ਪੰਜਾਬੀ ਭਾਸ਼ਾ ਦਾ ਪ੍ਰਚਾਰ ਪ੍ਰਸਾਰ ਅਤੇ ਹੋਰ ਇਸ ਨਾਲ ਸੰਬੰਧਿਤ ਕਾਰਜਾਂ ਨੂੰ ਨੇਪਰੇ ਚਾੜਨਾ, ਪਿਛਲੇ ਕੁਝ ਸਮੇਂ ਤੋਂ ਇਹ ਕਾਫੀ ਮਾੜੇ ਦੌਰ ਤੋਂ ਨਿਕਲ ਰਹੀ ਹੈ। ਕਈ ਤਰ੍ਹਾਂ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ, ਕੁਝ ਆਰਥਿਕ ਸਮੱਸਿਆਵਾਂ, ਕੁਝ ਪ੍ਰਸ਼ਾਸਨਿਕ ਸਮੱਸਿਆਵਾਂ, ਉਹ ਸਾਰੀਆਂ ਅਸੀਂ ਜਿਹੜੀਆਂ ਰੋਜ਼ ਫੇਸ ਕਰ ਰਹੇ ਹਾਂ। ਔਰ ਉਹਨਾਂ ਸਮੱਸਿਆਵਾਂ ਕਾਰਨ ਸਾਡੇ ਜਿਹੜੇ ਅਧਿਆਪਕ ਸਾਹਿਬਾਨ ਨੇ ਉਹਨਾਂ ਨੂੰ ਇਹ ਸੰਘਰਸ਼ ਧਰਨੇ ਮੁਜ਼ਾਹਰੇ ਦਾ ਜਿਹੜਾ ਰਸਤਾ ਅਪਣਾਉਣਾ ਪਿਆ। ਔਰ ਉਸੇ ਦੀ ਕੜੀ ਦੇ ਵਿੱਚ ਅਸੀਂ ਸਾਡੀਆਂ ਸਾਰੀਆਂ ਭਰਾਤਰੀ ਜਥੇਬੰਦੀਆਂ ਨੂੰ ਕੋਟਾ ਵੱਲੋਂ ਅਪੀਲ ਕੀਤੀ ਕਿ ਉਹ ਸਾਡੇ ਇਸ ਧਰਨੇ 'ਚ ਸ਼ਾਮਲ ਹੋ ਕੇ ਇਸ ਧਰਨੇ ਨੂੰ ਹੋਰ ਸਟਰੈਂਥਨ ਕਰਨ, ਤਾਂ ਕਿ ਜਿਹੜੀ ਸਾਡੇ ਅਧਿਆਪਕ ਸਾਥੀਆਂ ਦੀ ਆਵਾਜ਼ ਹੈ ਉਹ ਸਹੀ ਜਗ੍ਹਾ ਤੇ ਪਹੁੰਚਾਈ ਜਾ ਸਕੇ ਅਤੇ ਉਹਨਾਂ ਦੇ ਜਿਹੜੇ ਜਾਇਜ਼ ਹੱਕ ਨੇ ਉਹ ਸਮੇਂ ਸਿਰ ਰਿਲੀਜ਼ ਕਰ ਸਕਣ। ਹੁਣ ਮੈਂ ਸਾਡੇ ਅਧਿਆਪਕ ਸੰਘ ਦੇ, ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ਕੋਟਾ ਦੇ ਜਨਰਲ ਸਕੱਤਰ ਡਾਕਟਰ ਗੁਰਨਾਮ ਸਿੰਘ ਵਿਰਕ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਉਹ ਸਟੇਜ ਤੇ ਆਉਣ ਔਰ ਸਾਡੇ ਉਚੇਚੇ ਤੌਰ ਤੇ ਪਹੁੰਚੇ ਮਹਿਮਾਨ ਭਗਵੰਤ ਮਾਨ ਹੋਣਾ ਦਾ ਸਵਾਗਤ ਕਰਨ ਅਤੇ ਉਹਨਾਂ ਨੂੰ ਯੂਨੀਵਰਸਿਟੀ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਨਾਲ ਵੀ ਰੂਬਰੂ ਕਰਾਉਣ। ਡਾਕਟਰ ਗੁਰਨਾਮ ਸਿੰਘ, बहुत बहुत धन्यवाद। डॉक्टर अवनीत, हो चुकी है पीड़ पर बसी पिघलनी चाहिए, अब तो इस हिमालय से कोई गंगा निकलनी चाहिए। अब तो ये दीवार पर्दों की तरह हिलने लगी, मेरी कोशिश है कि ये बुनियाद हिलनी चाहिए, मेरी कोशिश है कि ये बुनियाद हिलनी चाहिए। दोस्तों, पंजाबी यूनिवर्सिटी अध्यापक संघ दे अपील करन उत्ते आम आदमी पार्टी ने अपना मुंडला फर्ज समझिया। पहलों हरपाल चीमा जी आए, उस तो बाद सरदार भगवंत सिंह मान जी और ने उचेचे तौर पे यूनिवर्सिटी प्रति अपना फर्ज समझदे होया इत्थे साडे धरने में शिरकत की ते असीं उन्हां नूं इत्थे पहुंचण ते पंजाबी यूनिवर्सिटी अध्यापक संघ वालों जी आया आखदे हां ते साडा भगवंत सिंह मान होरां उत्ते हक इस करके भी बन जाता है क्योंकि ये पंजाबी दी इस मालवे की धरती के उत्ते बनी हुई पंजाबी के प्रसार प्रसार वास्ते विकास वास्ते यूनिवर्सिटी जी भाषा के नाम से दूजी यूनिवर्सिटी है, वो विद्यार्थी भी ने, ये एलुमनी भी ने। इस करके ये बतौर आम आदमी पार्टी दे पंजाब के प्रधान ते MP होने तो बिना साडा इन्हां दे उत्ते परिवारक तौर पर भी हक ज्यादा है, तो असीं इन्हां दा फिर तो स्वागत करते हैं। इस दे विच सानू कोई गल कहण तो गुरेज नहीं है कि असीं अपना अंदर जो साडा पाटा पिया है, जिहड़ा अंदर साडा लीरो लीर होया पिया, असीं तुहाडे सामने खोल के रखांगे। असीं तुहानू दसना चाहुंदे हां कि इत्थे ये यूनिवर्सिटी की हालत कितनी माड़ी है। इस समय यूनिवर्सिटी के उत्ते 150 करोड़ रुपए का कर्जा है ते ओदी ब्याज दर 12% है ते सरकार है पौने 9 करोड़ 8.70 लाख रुपया जो यूनिवर्सिटी नूं एनुअल मंथली ग्रांट देंदी है ते एक किश्त 12 के 13 करोड़ की साडी बैंक नूं सालाना ब्याज के रूप च चली जाती है ते सालाना एनुअल ग्रांट 108 करोड़ रुपए।
ਪਿਛਲੇ 6 ਮਹੀਨਿਆਂ ਤੋਂ ਮਾਰਚ ਤੋਂ ਲੈ ਕੇ ਹੁਣ ਤੱਕ ਸਾਡੀਆਂ ਜਿਹੜੀਆਂ ਐਨਪੀਐਸ ਤੇ ਜੀਪੀਐਫ ਦੀਆਂ ਕਟੌਤੀਆਂ ਨੇ ਉਹ ਸਾਡੇ ਖਾਤਿਆਂ 'ਚ ਨਹੀਂ ਪਈਆਂ, ਉਹ ਸਾਡੀ ਤਨਖਾਹ ਦਾ ਹਿੱਸਾ ਨੇ। ਅਧਿਆਪਕਾਂ ਦੀਆਂ ਤਨਖਾਹਾਂ ਦੇ ਵਿੱਚੋਂ ਇਹ ਜਿਹੜੀਆਂ ਕਟੌਤੀਆਂ ਉਹਨਾਂ ਦੇ ਸੰਬੰਧਿਤ ਖਾਤਿਆਂ ਦੇ ਵਿੱਚ ਨਾ ਪਾਉਣਾ ਆਪਣੇ ਆਪ ਵਿੱਚ ਇੱਕ ਅਪਰਾਧਿਕ ਮਾਮਲਾ ਹੈ, ਆਪਣੇ ਆਪ ਦੇ ਵਿੱਚ ਇੱਕ ਇੰਬੈਜ਼ਲਮੈਂਟ ਹੈ। ਸੋ ਇਸ ਦੇ ਨਾਲ ਸਰਕਾਰ ਦੇ ਕੋਲ ਸਾਡਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਦਾ ਪੈਸਾ ਪਿਆ ਹੋਇਆ, ਉਹ ਸਾਡਾ ਬੈਕਲੌਗ ਉਹਨਾਂ ਨੇ ਨਹੀਂ ਦਿੱਤਾ। ਇਸ ਤੋਂ ਉੱਤੇ ਕਾਂਸਟੈਂਟ ਕਾਲਜਾਂ ਦੇ ਨਾਂ ਦੇ ਉੱਤੇ ਸਾਨੂੰ 1.5 ਕਰੋੜ ਰੁਪਇਆ ਪਰ ਕਾਂਸਟੈਂਟ ਕਾਲਜ ਦੇਣਾ ਸੀ, ਸਰਕਾਰ ਨੇ ਵਾਅਦਾ ਕੀਤਾ, ਉਹ ਸਰਕਾਰ ਨੇ ਹਾਲੇ ਆਪਣੇ ਕੋਲ ਰੱਖਿਆ, ਉਹ ਵੀ ਨਹੀਂ ਸਾਡਾ ਜਾਰੀ। ਔਰ ਹੈਰਾਨੀ ਦੀ ਗੱਲ ਇਹ ਹੈ ਕਿ ਸਰਕਾਰ ਨੇ ਡਾਕਟਰ ਪੂਰਾ ਸਿੰਘ ਘੁੰਮਣ ਵਾਈਸ ਚਾਂਸਲਰ ਨੂੰ ਦੂਜੀ ਟਰਮ ਦੇ ਦਿੱਤੀ, ਪਰ ਇਹ ਮਾਰਚ ਤੋਂ ਬਾਅਦ ਇੱਕ ਦਿਨ ਵੀ ਦਫ਼ਤਰ ਨਹੀਂ ਗਏ। ਬਸ ਜਦੋਂ ਸ਼ਾਮ ਨੂੰ 4 ਵਜੇ ਇੱਕ ਗੇੜਾ ਮਾਰ ਕੇ ਕਾਰ ਦੇ ਵਿੱਚ ਇਦਾਂ ਹੋ ਜਾਂਦਾ ਹੈ ਕਿ ਮੈਂ ਦਫ਼ਤਰ ਆਇਆ। ਇੱਕ ਕੈਂਪ ਆਫਿਸ ਬਣਾਇਆ ਹੋਇਆ ਇਹਨਾਂ ਨੇ, ਇਹ ਦਫ਼ਤਰ ਤੋਂ ਯੂਨੀਵਰਸਿਟੀ ਨੂੰ ਨਹੀਂ ਚਲਾ ਰਹੇ ਤੇ ਯੋਗ ਅਗਵਾਈ ਦੇਣ ਦੇ ਵਿੱਚ ਫੇਲ ਹੋ ਚੁੱਕੇ ਨੇ। ਇਹ ਦੂਜੀ ਟਰਮ ਦਾ ਅੱਜ ਇਹਨਾਂ ਦਾ 5ਵਾਂ ਦਿਨ ਹੈ ਤੇ ਉਦੋਂ ਦੇ ਹੀ ਧਰਨੇ ਮੁਜ਼ਾਹਰੇ ਮਾਰਚ ਦੇ ਵਿੱਚ ਅਸੀਂ ਲਗਾਤਾਰ 36 ਦਿਨ ਧਰਨਾ ਲਾਇਆ ਤੇ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਨਾਲ ਲਿਖਤ ਸਮਝੌਤਾ ਕੀਤਾ ਔਰ ਲਿਖਤ ਸਮਝੌਤੇ ਤੋਂ ਇਹ ਜਿਹੜੇ ਨੇ ਵਾਅਦਾ ਖਿਲਾਫੀ ਕਰਕੇ ਭੱਜ ਗਏ। ਹੁਣ ਅਧਿਆਪਕਾਂ ਦੇ ਹੱਕਾਂ ਦੀ ਗੱਲ ਹੈ, ਜੇ ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ਜੋ ਚੁਣੀ ਹੋਈ ਪੂਟਾ ਹੈ ਉਹ ਨਹੀਂ ਚੱਕੂਗੀ ਤੇ ਕੌਣ ਚੱਕੂਗਾ। ਔਰ ਅਸੀਂ ਇੱਕ ਹੋਰ ਗੱਲ ਕਹਿਣਾ ਚਾਹੁੰਦੇ ਹਾਂ, ਸਰਕਾਰ ਜਿਹੜੀ ਹੈ ਕਿਸੇ ਸਾਜ਼ਿਸ਼ ਤਹਿਤ ਜਿਵੇਂ ਪਟਿਆਲੇ ਦੇ ਵਿੱਚ ਇੱਕ ਸਪੋਰਟਸ ਯੂਨੀਵਰਸਿਟੀ ਤੇ ਚੰਡੀਗੜ੍ਹ ਦੇ ਕੋਲ ਕੋਈ ਬਿਨਾਂ ਸਰਵੇ ਕੀਤੇ ਪ੍ਰਾਈਵੇਟ ਯੂਨੀਵਰਸਿਟੀ ਬਣਾਉਣਾ ਚਾਹ ਰਹੀ ਹੈ। ਅਸੀਂ ਮੰਨਦੇ ਹਾਂ ਐਕਸਪੈਂਸ਼ਨਾਂ ਹੋਣੀਆਂ ਚਾਹੀਦੀਆਂ ਨੇ, ਵਿਕਾਸ ਹੋਣਾ ਚਾਹੀਦਾ ਹੈ, ਪਰ ਜਿਹੜੀਆਂ ਯੂਨੀਵਰਸਿਟੀਆਂ ਸਥਾਪਿਤ ਨੇ ਉਹਨਾਂ ਨੂੰ ਢਹਿ ਢੇਰੀ ਨਹੀਂ ਕਰਨਾ ਚਾਹੀਦਾ। ਉਹਨਾਂ ਸਥਾਪਿਤ ਯੂਨੀਵਰਸਿਟੀਆਂ ਨੂੰ ਹੋਰ ਬੁਲੰਦ ਕਰਨਾ ਚਾਹੀਦਾ ਹੈ, ਹੋਰ ਤਗੜਿਆ ਕਰਨਾ ਚਾਹੀਦਾ ਹੈ, ਉਹਦੀ ਬਾਹ ਫੜਨੀ ਚਾਹੀਦੀ ਹੈ। ਪੰਜਾਬ ਦੇ ਵਿੱਚ ਇਸ ਟਾਈਮ ਕੋਈ ਵੀ ਹਾਇਰ ਅਥਾਰਟੀ ਦਾ ਜਿਹੜਾ ਹੈ ਐਜੂਕੇਸ਼ਨ ਦਾ ਕਿਸ ਤਰੀਕੇ ਦਾ ਕੋਈ ਅਦਾਰਾ ਨਹੀਂ ਜਿਹੜਾ ਪ੍ਰਾਈਵੇਟ ਯੂਨੀਵਰਸਿਟੀਆਂ ਨੂੰ ਹੱਥ ਪਾ ਸਕੇ। ਜਿਹੜਾ ਅਮੀਰ ਵਿਦਿਆਰਥੀ ਹੈ, ਅਮੀਰ ਘਰਾਣੇ ਦੇ ਪ੍ਰਾਈਵੇਟ ਯੂਨੀਵਰਸਿਟੀਆਂ 'ਚ ਪੜ੍ਹ ਰਹੇ ਨੇ 2-2 3-3 ਲੱਖ ਰੁਪਈਆ ਦੇ ਕੇ ਫੀਸਾਂ। ਇਹ ਯੂਨੀਵਰਸਿਟੀ ਕੈਟਰ ਕਰਦੀ ਹੈ ਮਾਲਵੇ ਦੇ ਗਰੀਬ ਪਰਿਵਾਰ ਦੇ ਉਹਨਾਂ ਤਬਕੇ ਦੇ ਬੱਚਿਆਂ ਨੂੰ ਜਿਹੜੇ ਪ੍ਰਾਈਵੇਟ ਯੂਨੀਵਰਸਿਟੀਆਂ ਤੱਕ ਪਹੁੰਚ ਨਹੀਂ ਕਰ ਸਕਦੇ। ਇਹ ਯੂਨੀਵਰਸਿਟੀ ਆ ਜਿਹੜੀ ਉਹਨਾਂ ਦੀ ਮਿਆਰੀ ਸਿੱਖਿਆ ਦੇਣ ਲਈ ਉਹਨਾਂ ਨੂੰ ਕੈਟਰ ਕਰਦੀ ਹੈ, ਉਹਨਾਂ ਨੂੰ ਪੜ੍ਹਾਉਂਦੀ ਹੈ। ਔਰ ਇਸ ਯੂਨੀਵਰਸਿਟੀ ਦੇ ਵਿੱਚੋਂ ਬਹੁਤ ਵੱਡੇ ਵਿਦਵਾਨ, ਬਹੁਤ ਵੱਡੇ ਲੇਖਕ, ਬਹੁਤ ਵੱਡੇ ਚਿੰਤਕ ਜਿਹੜੇ ਨੇ, ਕਲਾਕਾਰ ਨੇ ਜਿਹੜੇ ਇਸ ਯੂਨੀਵਰਸਿਟੀ ਨੇ ਦਿੱਤੇ ਨੇ ਔਰ ਇਸ ਯੂਨੀਵਰਸਿਟੀ ਦਾ ਪੰਜਾਬੀ ਖੇਤਰ ਦੇ ਵਿੱਚ, ਪੰਜਾਬੀ ਜਗਤ ਦੇ ਵਿੱਚ ਨਾਂ ਹੈ। ਤਾਂ ਸੋ ਅਸੀਂ ਇੱਥੇ ਇਹ ਵੀ ਅਪੀਲ ਕਰਦੇ ਹਾਂ ਕਿ ਪੰਜਾਬੀ ਜਗਤ ਨੂੰ ਵਿੱਚ ਪੰਜਾਬੀ ਮਾਂ ਬੋਲੀ ਨੂੰ ਪਿਆਰ ਕਰਨ ਵਾਲੇ ਅਧਿਆਪਕ, ਕਰਮਚਾਰੀ, ਵਿਦਿਆਰਥੀ, ਖੋਜਾਰਥੀ, ਪੋਲੀਟੀਕਲ ਪਾਰਟੀਆਂ, ਵਿਰੋਧੀ ਧਿਰਾਂ, ਮੌਜੂਦਾ ਰਾਜਨੀਤਿਕ ਸਿਆਸੀ ਧਿਰਾਂ, ਜੋ ਕੋਈ ਵੀ ਪੰਜਾਬੀ ਜਗਤ ਨੂੰ ਮਾਂ ਬੋਲੀ ਨੂੰ ਪਿਆਰ ਕਰਦਾ ਉਹਨੂੰ ਇਹਦੇ ਵਿਹੜੇ 'ਚ ਆਉਣਾ ਪਵੇਗਾ, ਉਹਨੂੰ ਇੱਥੇ ਆ ਕੇ ਇਹਦੀ ਮਾਣ ਮਰਿਆਦਾ ਨੂੰ ਬਚਾਉਣਾ ਪਊਗਾ। ਜਿਵੇਂ ਪੰਜਾਬ ਦੀ ਕਿਸਾਨੀ ਖਤਰੇ 'ਚ ਹੈ, ਸਾਨੂੰ ਲੱਗ ਰਿਹਾ ਹੈ ਪੰਜਾਬੀ ਯੂਨੀਵਰਸਿਟੀ ਤੇ ਪੰਜਾਬੀ ਮਾਂ ਬੋਲੀ ਵੀ ਖਤਰੇ 'ਚ ਹੈ। ਇਹਦੇ ਲਈ ਸਾਨੂੰ ਇੱਕ ਜ਼ੋਰ ਇਕੱਠਿਆ ਹੋਣਾ ਪਊਗਾ, ਇਹਨੂੰ ਬਚਾਉਣਾ। ਔਰ ਸਰਕਾਰਾਂ ਦੀ ਬੇਰੁਖੀ ਦਾ ਨਤੀਜਾ ਹੈ ਕਿ ਸਾਡੇ ਦਾ ਹਾਲ ਕੀ ਹੈ, ਸਾਡਾ ਹਸ਼ਰ ਕੀ ਹੈ। ਅੱਜ ਯੂਨੀਵਰਸਿਟੀ ਦੇ ਵਿੱਚ ਅਰਾਜਕਤਾ ਦੀ ਸਥਿਤੀ ਹੈ। ਸਾਨੂੰ ਇਹ ਨਹੀਂ ਪਤਾ ਕੱਲ ਨੂੰ ਇਸ ਯੂਨੀਵਰਸਿਟੀ ਦੇ ਵਿੱਚ ਕਿਸੇ ਰਿਲਾਇੰਸ ਜਾਂ ਅੰਬੇਵਾਨੀ ਦਾ ਬੋਰਡ ਲੱਗ ਜਾਏ। ਸਾਨੂੰ ਕੌਰ ਸਿੰਘ ਸੇਖੋਂ ਕਹਿੰਦੇ ਸੀ ਵੀ ਕਿਸੇ ਦਿਨ ਇੱਥੇ ਬੋਰਡ ਲੱਗਣਗੇ, ਇਹ ਵਿਕੂਗੀ ਪ੍ਰਾਈਵੇਟ ਹੱਥਾਂ ਨੂੰ। ਸਾਨੂੰ ਲੱਗ ਰਿਹਾ ਇਹ ਸਾਡੇ ਨਾਲ ਹੋਣ ਜਾ ਰਿਹਾ ਹੈ। ਪਰ ਵਿਸ਼ਵਾਸ ਦਵਾਉਂਦੇ ਆ ਜਿੰਨੀ ਦੇਰ ਤੱਕ ਅਸੀਂ ਇਸ ਯੂਨੀਵਰਸਿਟੀ ਵਿੱਚ ਆ, ਜਿੰਨੀ ਦੇਰ ਤੱਕ ਤੁਹਾਡਾ ਸਾਥ ਹੈ ਸਾਨੂੰ, ਅਸੀਂ ਇਸ ਮਾਲਵੇ ਦੀ ਸਰਮੌਰ ਯੂਨੀਵਰਸਿਟੀ ਨੂੰ ਨਹੀਂ ਡੁੱਬਣ ਦਿਆਂਗੇ। ਅਸੀਂ ਇਹਦੇ ਹੀਲੇ ਵਸੀਲੇ ਲਈ ਜਿੱਥੋਂ ਤੱਕ ਵੀ ਸਾਨੂੰ ਲੜਨਾ ਪਿਆ ਅਸੀਂ ਆਪਣਾ ਖੂਨ ਵੀ ਡੋਲਾਂਗੇ, ਪਸੀਨਾ ਤਾਂ ਅਸੀਂ ਡੋਲ ਹੀ ਰਹੇ ਹਾਂ, ਦੇਖ ਹੀ ਰਹੇ ਹਾਂ। ਸੋ ਮਾਨ ਸਾਹਿਬ, 7ਵਾਂ ਪੇ ਕਮਿਸ਼ਨ ਸਾਡਾ ਹਾਲੇ ਤੱਕ ਨਹੀਂ ਲਾਗੂ ਹੋਇਆ। ਸਾਰੇ ਹਿੰਦੁਸਤਾਨ 'ਚ ਲਾਗੂ ਹੋ ਗਿਆ, ਸਾਡੇ ਨਹੀਂ ਲਾਗੂ ਹੋਇਆ, ਪੰਜਾਬ ਦੇ ਵਿੱਚ ਨਹੀਂ ਲਾਗੂ ਹੋਇਆ। ਸਾਡੇ ਆ ਕੋਵਿਡ ਦੀ ਸਥਿਤੀ ਹੈ, ਚਲੋ ਠੀਕ ਹੈ, ਇਹ ਆਈ ਹੈ, ਚਲੀ ਜਾਏਗੀ, ਪਰ ਸਾਡੀਆਂ ਜਿਹੜੀਆਂ ਮੰਗਾਂ ਨੇ ਉਹਨਾਂ ਦੇ ਵਿੱਚ ਜਿੱਥੇ ਵਿੱਤੀ ਸੰਕਟ ਦੀ ਗੱਲ ਹੈ, ਉੱਥੇ ਨਾਲ ਨਾਲ ਯੂਨੀਵਰਸਿਟੀ ਦੇ ਵਿੱਚ ਪ੍ਰਸ਼ਾਸਨਿਕ ਸੁਧਾਰਾਂ ਦੀ ਵੀ ਲੋੜ ਹੈ। ਯੂਨੀਵਰਸਿਟੀ ਨੂੰ ਬਚਾਉਣ ਦੇ ਲਈ ਸਾਨੂੰ ਇਹਦੇ ਪਿੱਛੇ ਜਿਹੜੇ ਕਾਰਨ ਨੇ ਇੱਥੋਂ ਤੱਕ ਪਹੁੰਚਣ ਦੇ, ਅਸੀਂ ਉਹਨਾਂ ਕਾਰਨਾਂ ਦੀ ਹਾਲੇ ਤੱਕ ਪੜਚੋਲ ਨਹੀਂ ਕੀਤੀ, ਕਿੰਨਾ ਕਾਰਨਾਂ ਕਰਕੇ ਅਸੀਂ ਇੱਥੋਂ ਤੱਕ ਪਹੁੰਚੇ ਹਾਂ। ਸੋ ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ਕੂਟਾ ਵੱਲੋਂ ਅਸੀਂ ਤੁਹਾਡਾ ਇੱਥੇ ਪਹੁੰਚਣ ਤੇ ਜੀ ਆਇਆਂ ਕਹਿੰਦੇ ਹਾਂ, ਦੁਬਾਰੇ ਸਵਾਗਤ ਕਰਦੇ ਹਾਂ ਤੇ ਹੁਣ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ
ਕਿ ਤੁਸੀਂ ਆਪਣੇ ਵਿਚਾਰ ਜਿਹੜੇ ਨੇ ਸਾਡੇ ਅਧਿਆਪਕ ਸਾਥੀਆਂ ਨਾਲ ਰੱਖੋ। ਸਰਦਾਰ ਭਗਵੰਤ ਸਿੰਘ। ਅਧਿਆਪਕ ਏਕਤਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ, ਸਾਡਾ ਏਕਤਾ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਪੰਜਾਬੀ ਯੂਨੀਵਰਸਿਟੀ ਅਧਿਆਪਕ ਸੰਘ ਕੋਟਾ ਦੇ ਵੱਖ-ਵੱਖ ਅਹੁਦਾ ਸਾਹਿਬਾਨ, ਸਤਿਕਾਰਯੋਗ ਅਧਿਆਪਕ ਸਾਹਿਬਾਨ, ਤੁਸੀਂ ਅੱਜ ਮੈਨੂੰ ਇੱਥੇ ਬੁਲਾਇਆ। ਚੰਗਾ ਹੁੰਦਾ ਜੇ ਤੁਸੀਂ ਮੈਨੂੰ ਤੇ ਕਿਸੇ ਖੁਸ਼ੀ ਦੇ ਮੌਕੇ ਤੇ ਬੁਲਾਉਂਦੇ, ਕੋਈ ਬਿਲਡਿੰਗ ਦਾ ਉਦਘਾਟਨ ਕਰਨ ਵਾਸਤੇ ਜਾਂ ਕੋਈ ਤੁਹਾਡੇ ਲਈ ਕੋਈ ਸਹੂਲਤਾਂ ਜਾਂ ਕੋਈ ਤੁਹਾਡੇ ਲਈ ਕੋਈ ਲਾਇਬ੍ਰੇਰੀ ਜਾਂ ਤੁਹਾਡੇ ਲਈ ਕੋਈ ਇਸ ਤਰ੍ਹਾਂ ਦੇ ਪ੍ਰਬੰਧਾਂ ਦੀ ਖੁਸ਼ੀ ਦੇ ਵਿੱਚ ਤੁਸੀਂ ਮੈਨੂੰ ਬੁਲਾਉਂਦੇ, ਜ਼ਿਆਦਾ ਮੈਨੂੰ ਖੁਸ਼ੀ ਹੁੰਦੀ। ਪਰ ਤੁਸੀਂ ਇੱਕ ਲੜਾਈ ਲੜ ਰਹੇ ਹੋ, ਉਹਦੇ ਵਿੱਚ ਬੁਲਾਇਆ, ਕੋਈ ਗੱਲ ਨਹੀਂ। ਇਹ ਵੀ ਪੰਜਾਬੀ ਖੂਨ ਦਾ ਇੱਕ ਹਿੱਸਾ ਹੈ ਕਿ ਅਸੀਂ ਜਿੰਨੀਆਂ ਲੜਾਈਆਂ ਲੜੀਆਂ ਨੇ, ਪੰਜਾਬ ਜੰਮਿਆਂ ਨੂੰ ਨਿੱਤ ਮੁਹਿੰਮਾਂ ਤੇ ਲੜਾਈਆਂ ਜਿੱਤੀਆਂ ਵੀ ਨੇ। ਇਹ ਅਦਾਰਾ ਜਿਹੜਾ, ਜਿਸ ਤਰ੍ਹਾਂ ਵਿਰਕ ਸਾਹਿਬ ਨੇ ਕਿਹਾ, ਮੇਰੇ ਲਈ ਕੋਈ ਬਗਾਨਾ ਨਹੀਂ ਹੈਗਾ। ਮੈਂ ਇਹਨਾਂ ਸੜਕਾਂ ਤੇ ਇਹਨਾਂ ਜਿਹੜੀਆਂ ਬਿਲਡਿੰਗਾਂ ਦੇ ਵਿੱਚ ਬਹੁਤ ਵਾਰੀ ਆਏ ਆ। ਇੱਥੋਂ ਸ੍ਰੀ ਗੁਰੂ ਤੇਗ ਬਹਾਦਰ ਹਾਲ ਦੇ ਵਿੱਚ ਕੰਪੀਟੀਸ਼ਨ ਲੜਨ ਆਏ ਆ, ਬੜੇ ਮੈਡਲ ਜਿੱਤੇ ਨੇ। ਸ਼ਹੀਦ ਭਗਤ ਸਿੰਘ ਹੋਸਟਲ 'ਚ, ਹੋਮੀ ਭਾਪਾ ਹੋਸਟਲ 'ਚ ਰੋਟੀਆਂ ਖਾਧੀਆਂ ਨੇ। ਤੇ ਮੇਰੇ ਲਈ ਕੋਈ ਇਹ ਅਦਾਰਾ ਬਗਾਨਾ ਨਹੀਂ ਹੈਗਾ। ਤੇ ਮੈਂ ਸਮੇਂ-ਸਮੇਂ ਤੇ ਜਦੋਂ ਜਿੱਥੇ ਮੈਨੂੰ ਮੌਕਾ ਮਿਲਦਾ, ਜਿਹੜੇ ਮੰਚ ਤੇ, ਮੈਂ ਗੱਲ ਕਰਦਾ ਰਹਿਣਾ ਕਿ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਵਿਦਿਆਰਥੀ ਹਾਂ। ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਪ੍ਰੋਡਕਸ਼ਨ ਇਕੱਲਾ ਮੈਂ ਨਹੀਂ, ਬਹੁਤ ਸਾਰੇ ਵੱਡੇ ਵੱਡੇ ਕਲਾਕਾਰ, ਲੇਖਕ, ਵੱਡੇ ਵੱਡੇ ਵਿਦਵਾਨ, ਚਿੰਤਕ, ਪੱਤਰਕਾਰ ਇਸ ਕੋਈ ਜਰਨਲਿਜ਼ਮ 'ਚੋਂ ਗਿਆ, ਕੋਈ ਥੀਏਟਰ 'ਚੋਂ ਗਿਆ, ਕੋਈ ਕਿਸੇ ਡਿਪਾਰਟਮੈਂਟ 'ਚੋਂ ਗਿਆ, ਔਰ ਉਹਨਾਂ ਨੇ ਪੰਜਾਬੀ ਮਾਂ ਬੋਲੀ ਦਾ ਨਾਮ ਉੱਚਾ ਕੀਤਾ ਆਪਣੇ ਆਪਣੇ ਫੀਲਡ ਦੇ ਵਿੱਚ। ਪਰ ਮੈਂ ਦੇਖ ਰਿਹਾ ਪਿਛਲੇ ਕਈ ਸਾਲਾਂ ਤੋਂ ਗ੍ਰਾਫ ਜਿਹੜਾ ਹੈ ਪੰਜਾਬੀ ਯੂਨੀਵਰਸਿਟੀ ਦਾ, ਜਿਹੜੀ ਕਿ ਪੰਜਾਬੀ ਮਾਂ ਬੋਲੀ ਨੂੰ ਪ੍ਰਮੋਟ ਕਰਨ ਲਈ ਬਣੀ ਸੀ, ਉਹਦੇ ਪ੍ਰਚਾਰ ਪ੍ਰਸਾਰ ਲਈ ਬਣੀ ਸੀ, ਬਜਾਏ ਇਸ ਦੇ ਕਿ ਉਹ ਪੰਜਾਬੀ ਮਾਂ ਬੋਲੀ ਦਾ ਪ੍ਰਸਾਰ ਕਰਦੀ, ਉਹ ਆਪਣਾ ਜਿਹੜਾ ਗ੍ਰਾਫ ਹੈ ਉਹ ਵੀ ਥੱਲੇ ਵੱਲ ਨੂੰ ਚੱਲ ਰਿਹਾ ਹੈ। ਪਾਰਲੀਮੈਂਟ ਦੇ ਵਿੱਚ ਮੈਂ ਜਦੋਂ ਡਿਬੇਟ ਹੋਈ ਸੀ ਸੰਸਕ੍ਰਿਤ ਯੂਨੀਵਰਸਿਟੀ, ਜਿਸ ਦਿਨ ਇਹਨਾਂ ਨੇ ਉਹਦਾ ਬਿੱਲ ਲੈ ਕੇ ਆਏ ਸੀ, ਉਸ ਦਿਨ ਮੈਂ ਬੋਲਿਆ ਸੀ ਕਿ ਬਣਾਓ ਜੀ, ਸਦਕੇ ਬੁਲਾਓ, ਬਣਾਓ ਸੰਸਕ੍ਰਿਤ ਯੂਨੀਵਰਸਿਟੀ। ਪਰ ਜਿਹੜੀਆਂ ਹੋਰ ਭਾਸ਼ਾਵਾਂ ਦੀਆਂ ਯੂਨੀਵਰਸਿਟੀਆਂ ਨੇ, ਉਹਨਾਂ ਦੀ ਕੀਮਤ ਤੇ ਨਾ ਬਣਾਓ। ਮੈਂ ਉਸ ਦਿਨ ਪੰਜਾਬੀ ਯੂਨੀਵਰਸਿਟੀ ਦਾ, ਤੁਸੀਂ ਸ਼ਾਇਦ ਸੁਣਿਆ ਵੀ ਹੋਣਾ, ਨਾਮ ਲਿਆ ਸੀ ਕਿ ਉਹ ਯੂਨੀਵਰਸਿਟੀ ਜਿਹੜੀ ਅੱਜ ਤਨਖਾਹਾਂ ਦੇਣ ਨੂੰ ਤਰਸ ਰਹੀ। ਤੇ ਬਿਲਕੁਲ ਸਹੀ, ਤੁਹਾਡੀਆਂ ਉਹੀ ਮੰਗਾਂ ਨੇ। ਅੱਜ ਪੰਜਾਬੀ ਦੀ ਐਮਏ ਕਰਨ ਨੂੰ ਇੱਥੇ ਬੱਚੇ ਨਹੀਂ ਮਿਲ ਰਹੇ। ਕਾਰਨ ਕੀ ਹੈ? ਅੱਗੇ ਕਿੱਥੇ ਜਾਣਗੇ ਫਿਰ ਉਹ? ਅੱਜ ਈਟੀਟੀ, ਟੈਟ ਵਰਗੇ ਔਖੇ ਇਮਤਿਹਾਨ ਪਾਸ ਕਰਕੇ ਸਾਡੀਆਂ ਧੀਆਂ, ਸਾਡੀਆਂ ਭੈਣਾਂ, ਸਾਡੇ ਨੌਜਵਾਨ ਮੁੰਡੇ ਭਰਾ ਸਾਡੇ, ਉਹ ਪਾਣੀ ਦੀਆਂ ਟੈਂਕੀਆਂ ਤੇ ਚੜੇ ਫਿਰਦੇ ਨੇ। ਡਾਂਗਾਂ ਖਾਂਦੇ ਖਾਂਦੇ ਓਵਰਏਜ ਹੋ ਗਏ, ਮਤਲਬ ਧਰਨੇ ਦਿੰਦੇ ਦਿੰਦੇ ਓਵਰਏਜ ਹੋ ਗਏ। ਕੋਈ ਕਿਸੇ ਨੂੰ ਫਿਕਰ ਨਹੀਂ, ਵੱਡੇ ਵੱਡੀਆਂ ਕੋਠੀਆਂ 'ਚ ਬੈਠੇ ਨੇ। ਕੋਈ ਇਹ ਨਹੀਂ ਹੈਗਾ ਕਿ ਭਾਈ ਮੇਨ ਗੇਟ ਤੇ ਵੀ ਕੋਈ ਆਇਆ ਹੋਇਆ ਹੈ, ਕੋਈ ਆ ਕੇ ਮੰਗ ਪੱਤਰੀ ਫੜ ਲਓ, ਕੋਈ ਗੱਲ ਕਰ ਲਓ। ਇਕੱਲਾ ਇਹ ਗੇਟ ਨਹੀਂ ਬੰਦ ਹੈਗਾ। ਜਿਹੜੇ ਸਾਡੇ ਪੰਜਾਬ ਦੇ ਹੈੱਡ ਨੇ, ਸਿਸਮਾ ਫਾਰਮ ਹਾਊਸ ਦਾ ਗੇਟ ਉਹਨਾਂ ਦਾ ਵੀ ਬੰਦ ਹੈ ਜੀ, ਉਹਨਾਂ ਦਾ ਵੀ ਗੇਟ ਬੰਦ ਹੈ, ਜਾਣ ਹੀ ਦਿੰਦੇ ਉੱਤੇ ਤੱਕ। ਕੁੱਤੇ ਛੱਡਣ ਨੂੰ ਫਿਰਦੇ ਜੀ ਪਿੱਛੇ। ਸੋ ਇਹ ਜਦੋਂ ਹਾਕਮਾਂ ਦੇ ਗੇਟ ਬੰਦ ਹੋ ਜਾਂਦੇ ਨੇ, ਤਾਂ ਫਿਰ ਜਦੋਂ ਜਨਤਾ, ਫਿਰ ਉਹਨੂੰ ਆਉਣਾ ਪੈਂਦਾ ਸੜਕਾਂ ਤੇ। ਤੁਸੀਂ ਹਰ ਰੋਜ਼, ਤੁਸੀਂ ਟੀਚਰ ਹੋ, ਮਤਲਬ ਮੈਂ ਖੁਦ ਅਧਿਆਪਕ ਦਾ ਬੇਟਾ, ਤੁਸੀਂ ਹਰ ਰੋਜ਼ ਇਹ ਗੱਲਾਂ ਪੜ੍ਹਾਉਂਦੇ ਹੋ ਕਿ ਜਦੋਂ ਜ਼ੁਲਮ ਦੀ ਹੱਦ ਹੋ ਜਾਂਦੀ ਹੈ, ਫਿਰ ਪਬਲਿਕ ਨੂੰ ਸੜਕਾਂ ਤੇ ਆਉਣਾ ਪੈਂਦਾ।
ਜਦੋਂ ਦੇਖੋ ਨੇਸ਼ਨ ਬਿਲਡਰ ਕਿਹਾ ਜਾਂਦਾ ਹੈ ਅਧਿਆਪਕ ਨੂੰ, ਨੇਸ਼ਨ ਬਿਲਡਰ ਜਦੋਂ ਕੁੱਟ ਖਾਂਦਾ ਹੈ ਪਟਿਆਲੇ ਪੁਲਿਸ ਤੋਂ, ਜਦੋਂ ਨੇਸ਼ਨ ਬਿਲਡਰ ਜਿਹੜਾ ਹੈ ਉਹ ਜਦੋਂ ਆਪ ਸੜਕਾਂ ਤੇ ਮੁਰਦਾਬਾਦ ਦੇ ਨਾਰੇ ਲਾਉਂਦਾ, ਫਿਰ ਉਹ ਨੇਸ਼ਨ ਨੂੰ ਕਿਵੇਂ ਬਿਲਡ ਕਰ ਲੂਗਾ? ਕੀ ਪੋਜ਼ਿਟਿਵਿਟੀ ਪੜਾਵਾਂਗੇ ਬੱਚਿਆਂ ਨੂੰ? ਕੁਛ ਨਹੀਂ ਬਦਲਿਆ ਪੰਜਾਬ 'ਚ, ਕੁਛ ਨਹੀਂ ਬਦਲਿਆ। ਬੇਰੁਜ਼ਗਾਰੀ ਦੇ ਮਾਰੇ ਵੀ ਉਹੀ ਨੇ, ਵੀ ਵਾਂਟ ਜਸਟਿਸ, ਸਾਡੀਆਂ ਮੰਗੀਆਂ ਪੂਰੀਆਂ ਕਰੋ, ਨਾਰੇ ਵੀ ਉਹੀ ਨੇ। ਖੁਦਕੁਸ਼ੀ ਸਾੜਨ ਵਾਲੀਆਂ ਅੱਗਾਂ ਵੀ ਉਹੀ ਨੇ, ਲੈਣ ਵਾਲੀਆਂ ਚੁੰਨੀਆਂ ਟਹਿਣ ਵਾਲੀਆਂ ਪੱਗਾਂ ਵੀ ਉਹੀ ਨੇ। ਵਿਰੋਧ ਕਰਨ ਵਾਸਤੇ ਲੈ ਕੇ ਵੀ ਉਹੀ ਝੰਡੇ ਕਾਲੇ ਜਾਣਾ ਪੈਂਦਾ ਹੈ। ਪੰਜਾਬੀਆਂ ਵਾਸਤੇ ਕੁਛ ਨਹੀਂ ਬਦਲਿਆ, ਸਿਰਫ ਇੱਕੋ ਚੀਜ਼ ਬਦਲੀ ਹੈ, ਪਹਿਲਾਂ ਲੋਕ ਡਾਂਗਾ ਖਾਣ ਲਈ ਬਠਿੰਡੇ ਜਾਂਦੇ ਸੀ, ਹੁਣ ਪਟਿਆਲੇ ਜਾਣਾ ਪੈਂਦਾ, ਬਸ। ਉਹਦਾ ਕੁਛ ਨਹੀਂ ਬਦਲਿਆ ਜੀ, ਸ਼ਹਿਰ ਬਦਲ ਗਿਆ, ਸ਼ਹਿਰ ਬਦਲ ਗਿਆ, ਹੋਰ ਤਾਂ ਕੀ ਬਦਲ ਗਿਆ? ਸਾਰਾ ਕੁਝ ਸੇਮ ਚੱਲ ਰਿਹਾ ਹੈ, ਲੁੱਟ ਸੇਮ ਚੱਲ ਰਹੀ ਹੈ ਕਿਸੇ ਵੀ ਫੀਲਡ 'ਚ। ਅਧਿਆਪਕ ਨੂੰ ਤਨਖਾਹ ਨਹੀਂ ਮਿਲ ਰਹੀ। ਅੱਛਾ ਜੀ, ਮੈਂ ਇੱਕ ਐਗਜ਼ਾਮਪਲ ਦੇਣਾ, ਮੈਂ ਕੋਈ ਰਾਜਨੀਤੀ ਕਰਨੀ ਆਇਆ। ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ। ਜਿਸ ਵੇਲੇ 2015 ਦੇ ਵਿੱਚ ਸਹੁੰ ਚੁੱਕੀ ਸੀ ਅਰਵਿੰਦ ਕੇਜਰੀਵਾਲ ਜੀ, ਜਿਹੜੇ ਫੈਕਲਟੀ ਟੀਚਰ ਨੇ ਉਹਨਾਂ ਦੀ ਤਨਖਾਹ 17,000 ਰੁਪਏ ਸੀ, ਅੱਜ 34,000 ਰੁਪਏ। ਸਰਕਾਰੀ ਸਕੂਲਾਂ ਦਾ ਰਿਜ਼ਲਟ ਪ੍ਰਾਈਵੇਟ ਨਾਲੋਂ ਮੱਚ ਬੈਟਰ ਆ ਰਿਹਾ। ਦਿੱਲੀ ਦੇ ਪ੍ਰਾਈਵੇਟ ਸਕੂਲਾਂ ਨਾਲੋਂ, ਕੋਈ ਆਮ ਸਕੂਲ ਨਹੀਂ ਹੈਗੇ ਵੀ ਇੱਥੇ ਕਿਤੇ ਜਿਹੜੇ ਖੇਤਾਂ 'ਚ ਖੁੱਲੀਆਂ ਹੋਈਆਂ ਦੁਕਾਨਾਂ ਜੀਆਂ ਉਹ ਨੇ, ਉਹਨਾਂ ਦਿੱਲੀ ਦੇ ਪ੍ਰਾਈਵੇਟ ਸਕੂਲ, ਦਿੱਲੀ ਦੇ ਸਰਕਾਰੀ ਟੀਚਰਾਂ ਦੇ ਵਫਦ 10-10 ਪ੍ਰਿੰਸੀਪਲ ਜਾਂ ਉਹਨਾਂ ਦੇ ਨਾਲ ਦੇ ਟੀਚਰਾਂ ਦਾ ਵਫਦ ਜਿਹੜਾ ਸਰਕਾਰ ਦਿੱਲੀ ਦੀ ਆਪਦੇ ਖਰਚੇ ਤੇ ਵੀਜ਼ਾ ਲਵਾ ਕੇ ਹੇਵਰਡ ਯੂਨੀਵਰਸਿਟੀ ਹਿਊਸਟਨ ਅਮਰੀਕਾ 'ਚ, ਆਕਸਫੋਰਡ ਯੂਨੀਵਰਸਿਟੀ ਲੰਡਨ ਤੇ ਸਿੰਗਾਪੁਰ ਦੀਆਂ ਯੂਨੀਵਰਸਿਟੀਆਂ 'ਚ ਲਿਜਾ ਕੇ ਉਹਨਾਂ ਨੂੰ ਪੜ੍ਹਾਈ ਦੀਆਂ, ਟੀਚਿੰਗ ਦੀਆਂ ਲੇਟੈਸਟ ਟੈਕਨੀਕ ਸਿਖਾ ਕੇ ਲਿਆਉਂਦੇ ਨੇ। ਦਿੱਲੀ ਦੇ ਸਰਕਾਰੀ ਸਕੂਲਾਂ 'ਚ ਪੇਰੈਂਟ ਟੀਚਰ ਮੀਟਿੰਗ ਹੁੰਦੀ ਹੈ ਜੀ, ਜਿਹੜੀ ਕਿ ਪਹਿਲਾਂ ਕਦੇ ਨਹੀਂ ਹੁੰਦੀ ਸੀ। ਇਸੇ ਕਰਕੇ ਦਿੱਲੀ ਦੇ ਜਿਹੜੇ ਟੀਚਰ ਨੇ ਉਹਨਾਂ ਵਾਸਤੇ ਇੱਕ ਰੂਲ ਬਣਾਤਾ ਕਿ ਪੜ੍ਹਾਈ ਤੋਂ ਬਿਨਾਂ ਹੋਰ ਕੁਝ ਨਹੀਂ ਕੰਮ ਲਿਆ ਜਾਊ ਇਹਨਾਂ ਤੋਂ। ਇੱਥੇ ਕੀ ਹੈ, ਪੜ੍ਹਾਈ ਤੋਂ ਬਿਨਾਂ ਬਾਕੀ ਸਾਰੇ ਕੰਮ ਲੈਂਦੇ। ਵੋਟਾਂ ਪਾਉਣੀਆਂ ਤਾਂ ਟੀਚਰ, ਵੋਟਾਂ ਗਿਣਨੀਆਂ ਤਾਂ ਟੀਚਰ, ਬਾਲਗ ਸਿੱਖਿਆ ਕੇਂਦਰ 'ਚ ਟੀਚਰ, ਚੂਹਿਆਂ ਦੀ ਗਿਣਤੀ 'ਚ ਟੀਚਰ। ਆ ਹੁਣ ਕਹਿੰਦੇ ਬਾਰਡਰ ਤੇ ਡਿਊਟੀ ਲਾਵਾਂਗੇ ਵੀ ਤੁਸੀਂ ਗਿਣਨੇ ਬੰਦੇ ਆਉਣੇ ਨੇ, ਸ਼ਰਾਬ ਦੀ ਐਂਟਰੀ ਉਹਦੀ ਤਾਂ ਟੀਚਰ। ਮਤਲਬ ਤਨਖਾਹ 44,000 ਤੋਂ ਘਟਾ ਕੇ 14,000 15,000 ਚ ਕਰਨਾ, ਕਰੋ ਨਹੀਂ ਨਾਲ ਸੀ ਐਂ ਕਹਿੰਦੇ ਨੇ, ਨਹੀਂ ਜਾਓ ਨਹੀਂ ਤੇ ਭਾਜੋ। ਸੋ ਮਤਲਬ ਜਿੱਥੇ ਐਜੂਕੇਸ਼ਨ ਦਾ ਬਜਟ ਘਟ ਰਿਹਾ ਹੋਵੇ, ਜਿੱਥੇ ਟੀਚਰਾਂ ਨੂੰ ਮਤਲਬ ਪੜ੍ਹਾਈ ਤੋਂ ਬਿਨਾਂ ਬਾਕੀ ਸਾਰੇ ਕੰਮ ਕਰਨ ਲਈ ਮਜਬੂਰ ਕੀਤਾ ਜਾਂਦਾ, ਉੱਥੇ ਕੀ ਉਮੀਦ ਕਰ ਲਓਗੇ ਤੁਸੀਂ? ਫਿਰ ਇਸੇ ਕਰਕੇ ਅਸੀਂ ਕੀ ਕਰਦੇ ਹਾਂ, ਸਾਡੇ ਬੱਚੇ ਕੀ ਕਰ ਰਹੇ ਨੇ, +2 ਕਰਕੇ ਮਾਪੇ ਵੀ ਕਹਿੰਦੇ ਨੇ ਚੱਲ ਪੁੱਤ 6.5 ਬੈਂਡ 7 ਬੈਂਡ ਚੱਲ ਭਾ ਚੱਲ, ਆਈਲੈਟਸ ਕਰਕੇ ਜਾ ਜਹਾਜ਼ਾਂ ਦੇ ਜਹਾਜ਼ ਜਾ ਰਹੇ ਬਾਹਰ। ਇੱਥੇ ਅਸੀਂ ਸਾਡੇ ਕੋਲ ਕੋਈ ਦਿਖ ਨਹੀਂ ਰਿਹਾ, ਸਾਨੂੰ ਕੋਈ ਭਵਿੱਖ ਵੀ ਕੀ ਕਰਾਂਗੇ ਅਸੀਂ। ਬਾਅਦ ਚ 2 ਸਾਲਾਂ ਬਾਅਦ ਕਹਿੰਦੇ ਸਾਨੂੰ ਬੁਲਾ ਲਈ। ਸੋ ਅਸੀਂ ਤਾਂ ਪਲਾਇਨ ਕਰ ਰਹੇ ਹਾਂ। ਉਹ ਧਰਤੀ ਜਿਹੜੀ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਪੁਰਬ, ਪਹਿਲਾ ਪ੍ਰਕਾਸ਼ ਪੁਰਬ, ਉਹ ਧਰਤੀ ਜਿਹੜੀ ਗੁਰੂਆਂ ਦੀ ਬਾਣੀ ਵਾਲੀ ਧਰਤੀ, ਸਰਬੱਤ ਦਾ ਭਲਾ ਮੰਗਣ ਵਾਲੀ ਧਰਤੀ, ਸ਼ਹੀਦ ਆਜ਼ਮ ਭਗਤ ਸਿੰਘ ਹੋਰਾਂ ਦੀ ਧਰਤੀ, ਬਾਬਾ ਫਰੀਦ ਦੀ ਧਰਤੀ, ਗੁਰੂ ਨਾਨਕ ਦੇਵ ਜੀ ਧਰਤੀ ਆ, ਉਹਨੂੰ ਅਸੀਂ ਛੱਡ ਕੇ ਭੱਜ ਰਹੇ। ਕਾਰਨ ਹਾਕਮ ਜਿਹੜੇ ਮੂਹਰੇ ਲਾਏ ਸੀ, ਦੇਖੋ ਡੱਬਿਆਂ ਦਾ ਕੋਈ ਕਸੂਰ ਨਹੀਂ ਹੁੰਦਾ, ਡੱਬੇ ਤਾਂ ਉਧਰ ਹੀ ਜਾਂਦੇ ਜਿਹਦੇ ਇੰਜਣ ਲੈ ਕੇ ਜਾਂਦੇ। ਇੰਜਣ ਹੀ ਹੁਣ 80-90 ਸਾਲ ਪੁਰਾਣੇ ਲਾਈ ਬੈਠੇ, ਹੁਣ ਕਰੀਏ ਕੀ? ਫਿਰ ਹੁਣ ਤਾਂ ਕੋਲਿਆਂ ਵਾਲੇ ਵੀ ਨਹੀਂ ਰਹੇ, ਹੁਣ ਤਾਂ ਡੀਜ਼ਲ ਵਾਲੇ ਵੀ ਬੰਦ ਹੋ ਗਏ, ਗੈਸ ਵਾਲੇ ਆ ਗਏ, LPG ਵਾਲੇ। ਇੰਜਣ ਬਦਲਨੇ ਪੈਣਗੇ ਜੀ, ਪੁਰਾਣੇ ਇੰਜਣ ਲਾਏ ਬੈਠੇ ਆ, ਦੇਖੋ ਆ ਬੈਠੇ ਅਬ ਤੁਸੀਂ ਤਾਂ ਡੱਬੇ ਹੋ, ਜਿੱਦ ਨੂੰ ਇੰਜਣ ਹੀ ਨਹੀਂ ਹੈਗਾ, ਹੁਣ ਡੱਬੇ ਕਿੱਧਰ ਜਾਣਗੇ ਦੱਸੋ? ਸਾਡਾ ਤਾਂ ਇੰਜਣ ਵੀ ਬੰਦ ਹੋ ਗਿਆ, ਉਹੀ ਹੈ ਨਾ, ਉਹੀ ਇੰਜਣ ਮਾਰਚ ਤੋਂ ਨਹੀਂ ਨਿਕਲਿਆ ਤੇ ਤੁਸੀਂ ਕਿੱਥੇ ਜਾਓਗੇ? ਸੋ ਇਸ ਕਰਕੇ ਇਹ ਯੋਗ ਅਗਵਾਈਆਂ ਜਿਹੜੀਆਂ ਨੇ ਉਹਨਾਂ ਦੀ ਘਾਟ ਹੈ। ਜਦੋਂ ਪੈਨਸ਼ਨਰ ਨੂੰ 2-2 ਮਹੀਨੇ ਉਹਨਾਂ ਦੀ ਪੈਨਸ਼ਨ ਨਾ ਪਵੇ, ਉਹਦਾ ਖਰਚਾ ਕੌਣ ਚਲਾਊਗਾ? ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ,
ਉੱਥੇ ਗੱਲ ਕਰਦੇ ਆ ਉਹ ਕਹਿੰਦੇ ਅਸੀਂ ਦੇਤੀ ਸਰਕਾਰ, ਇੱਥੇ ਗੱਲ ਕਰਦੇ ਆ ਕਹਿੰਦੇ ਆਈ। ਕਿਤੇ ਨਾ ਕਿਤੇ ਆ ਜਾਂਦੀ ਹੈ, ਉਹਨੂੰ ਕਿਤੇ ਨਾ ਕਿਤੇ ਇੱਧਰ ਉੱਧਰ ਡਾਈਵਰਟ। ਸਕੂਲਾਂ ਕਾਲਜਾਂ ਦੀ ਸਟੂਡੈਂਟਾਂ ਨਾਲ ਲੜਾਈ ਕਰਾਤੀ, ਉਹ ਸਰਟੀਫਿਕੇਟ ਨਹੀਂ ਦਿੰਦੇ ਜੀ ਕਿ ਸਾਡੇ ਪੈਸੇ ਨਹੀਂ ਆਏ। ਉਹਨਾਂ ਸਟੂਡੈਂਟਾਂ ਦਾ ਕੀ ਕਸੂਰ ਹੈ? ਸਾਡੇ ਕੋਲੇ ਹਰ ਰੋਜ਼ ਆਉਂਦੇ ਨੇ ਉੱਥੇ ਬੱਚੇ, ਸਾਡਾ ਉਹ ਦਵਾ ਦਿਓ ਜੀ ਸਰਟੀਫਿਕੇਟ, BMC ਵਗੈਰਾ ਸਾਰੇ। ਸੋ ਤਾਣਾ ਬਾਣਾ ਉਲਝਿਆ ਪਿਆ। ਤੁਸੀਂ ਹੈਰਾਨ ਹੋਵੋਗੇ, ਜਿਹੜਾ ਕੁਦਰਤੀ ਆਫਤਾਂ ਦਾ ਫੰਡ ਹੈ, ਡਿਜ਼ਾਸਟਰ ਮੈਨੇਜਮੈਂਟ ਫੰਡ, ਜਿਹੜੇ ਹੁਣ ਇਹ ਮੋਬਾਈਲ ਫੋਨ ਵੰਡਣ ਲੱਗੇ, ਉਹਦੇ ਚੋਂ ਲਏ ਆ ਜੀ ਪੈਸਾ। ਤੇ ਮੋਬਾਈਲ ਫੋਨ ਤੇ ਕੁਦਰਤੀ ਆਫਤ ਦਾ ਕੀ ਸੰਬੰਧ ਹੈ ਜੀ? ਸੰਬੰਧ ਕਿਵੇਂ ਬਣਾਇਆ? ਕਹਿੰਦੇ ਵੀ ਕਰੋਨਾ ਨਾਂ ਦੀ ਕੁਦਰਤੀ ਆਫਤ ਆ ਗਈ, ਉਹਦੇ ਕਰਕੇ ਸਕੂਲ ਬੰਦ ਹੋ ਗਏ, ਬੱਚਿਆਂ ਨੂੰ ਆਨਲਾਈਨ ਪੜਾਉਣਾ ਪੈ ਰਿਹਾ। ਬਹੁਤ ਸਾਰੇ ਬੱਚਿਆਂ ਕੋਲੇ ਸਮਾਰਟਫੋਨ ਨਹੀਂ ਹੈਗੇ ਆਨਲਾਈਨ ਵਾਲੇ, ਉਹ ਲੈਣੇ ਨੇ, ਲਿਆਓ ਜੀ ਪੈਸੇ। ਕੁਦਰਤੀ ਆਫਤ ਜਿਹੜਾ ਕੋਈ ਕਰ ਲਿਆ 96 ਕਰੋੜ ਰੁਪਏ। ਸੋ ਤੁਸੀਂ ਕਹਿੰਦੇ ਹੋ ਕਿ ਮਾਰਚ ਤੋਂ ਬਾਹਰ ਨਹੀਂ ਨਿਕਲੇ, ਠੀਕ ਹੈ, ਆਦਤਾਂ ਫਿਰ ਜਮਾਂ ਹੀ ਮਿਲਦੀਆਂ ਨੇ, ਉਹ ਪਰਲੇ ਮਹਿਲਾ ਆਣੇ ਨਾਲ ਉਹ ਵੀ ਨਹੀਂ ਨਿਕਲੇ, ਉਹ ਵੀ ਨਹੀਂ ਨਿਕਲੇ, ਉਹ ਵੀ ਮਾਰਚ 'ਚ ਨਿਕਲੇ ਸੀ। ਪਹਿਲਾਂ ਅਸੀਂ ਕੈਪਟਨ ਲੱਭੋ ਪ੍ਰੋਗਰਾਮ ਤਹਿਤ ਗਏ, ਸਾਨੂੰ ਜਾਣ ਨਹੀਂ ਦਿੱਤਾ ਕਿ ਗ੍ਰਿਫਤਾਰ ਕਰਕੇ ਅੰਦਰ ਲੈ। ਹੁਣ ਸੈਸ਼ਨ ਬੁਲਾਇਆ, ਦੇਖੋ ਪੰਜਾਬੀ ਯੂਨੀਵਰਸਿਟੀ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਡਿਬੇਟੇਬਲ ਨੇ ਸੈਸ਼ਨ 'ਚ, ਕਿਉਂਕਿ ਸਟੇਟ ਨਾਲ ਰਿਲੇਟਡ ਮੁੱਦਾ ਹੈ, ਸੈਸ਼ਨ ਦੇ ਵਿੱਚ ਉਠਾਉਣਾ ਚਾਹੁੰਦੇ ਆ। ਕਰੋਨਾ ਜਿਹੜਾ ਉਹ ਬੇਲਗਾਮ ਹੋਇਆ ਪਿਆ, ਮੰਤਰੀ ਮਿਨਿਸਟਰ ਵੀ ਆਉਣ ਲੱਗ ਗਏ ਵਿੱਚ, ਉਹਦੇ ਬਾਰੇ ਮੁੱਦਾ ਉਠਾਉਣਾ। ਜ਼ਹਿਰੀਲੀ ਸ਼ਰਾਬ ਨੇ 150 ਬੰਦਾ ਮਾਰਤਾ ਉੱਥੇ, ਅੰਨੇ ਕਰਤੇ 200-300 ਤੋਂ ਵੱਧ ਮਾਝੇ ਦੀ ਧਰਤੀ ਤੇ, ਉਹਦੇ ਬਾਰੇ ਡਿਬੇਟ ਕਰਨੀ। ਆਰਡੀਨੈਂਸ ਸਾਰੇ ਨੇ ਖੇਤੀ ਦੇ, ਸਾਡੀ ਖੇਤੀ ਨੂੰ ਖੋਹ ਕੇ ਲੈ ਕੇ ਜਾ ਰਹੇ, ਰਾਜਾਂ ਦੇ ਅਧਿਕਾਰਾਂ ਤੇ ਡਾਕਾ ਵੱਜ ਰਿਹਾ, ਉਹਦੇ ਬਾਰੇ ਡਿਬੇਟ ਕਰਨੀ ਚਾਹੁੰਦੇ ਆ। ਹੈ ਜੀ, ਥਰਮਲ ਪਲਾਂਟ ਬੰਦ ਕਰਤੇ, ਉਹਦੇ ਬਾਰੇ ਡਿਬੇਟ ਕਰਨੀ ਚਾਹੁੰਦੇ ਆ। ਤੇ ਵਿਧਾਨ ਸਭਾ ਸੈਸ਼ਨ ਬੁਲਾਓ ਜੀ, ਕਹਿੰਦੇ ਬੁਲਾ ਲਿਆ ਜੀ 28 ਅਗਸਤ ਨੂੰ, ਇੱਕ ਦਿਨ 11 ਵਜੇ ਸ਼ੁਰੂ ਹੋਊਗਾ, 11:30 ਵਜੇ ਤੱਕ ਸ਼ਰਧਾਂਜਲੀਆਂ ਨੇ, 1 ਵਜੇ ਦੀ ਲੰਚ, 3 ਤੋਂ 5 ਫਿਰ ਕਹਿੰਦੇ ਸਤਿ ਸ਼੍ਰੀ ਅਕਾਲ। 4 ਘੰਟਿਆਂ 'ਚ ਤੁਸੀਂ ਪੰਜਾਬ ਦੇ ਮਸਲੇ ਡਿਸਕਸ ਕਰ ਲਓ। ਜੇ ਤੁਸੀਂ ਮਲਟੀਪਲੈਕਸ ਕੋਈ ਫਿਲਮ ਦੇਖਣੀ ਜਾਣਾ ਹੋਵੇ, 12 ਤੋਂ 3 ਨਾਲ ਟਿਕਟ ਲਈ ਹੋਵੇ, 11 ਵਜੇ ਘਰੋਂ ਤੁਰਦੇ ਹੋ, ਉੱਥੇ ਜਾ ਕੇ ਫਿਰ ਸਿਨੇਮੇ 'ਚ ਜਾ ਕੇ 3 ਵਜੇ 3:30 4 ਵਜੇ ਘਰੇ ਆਉਂਦੇ ਹੋ, 5 ਘੰਟੇ ਤਾਂ ਫਿਲਮ ਦੇਖਣ ਤੇ ਲੱਗ ਜਾਂਦੇ ਆ। ਤੇ ਪੰਜਾਬ ਦੇ ਮਸਲਿਆਂ ਨੂੰ ਇੱਕ ਮੂਵੀ ਸ਼ੋਅ ਤੋਂ ਵੀ ਘੱਟ ਮੰਨਦੇ ਆ। ਹੱਦ ਹੈ, ਮਤਲਬ ਡਿਸਕਸ ਕਿਉਂ ਨਹੀਂ ਕਰਦੇ ਬਈ? ਤੇ ਕੱਲ ਰਾਤ ਦਵੇਰ ਚੱਲ ਰਹੀ ਸੀ, ਉਹ 'ਚ ਕੈਪਟਨ ਸਾਹਿਬ ਦੇ ਜਿਹੜੇ OSD ਨੇ, ਕੈਪਟਨ ਸੰਦੀਪ ਸੰਧੂ, ਉਹ ਕਹਿੰਦੇ ਵਿਧਾਨ ਸਭਾ ਦੀ ਕੀ ਲੋੜ ਹੈ, ਟੈਲੀਵਿਜ਼ਨ ਤੇ ਡਿਬੇਟ ਹੋ ਤਾਂ ਜਾਂਦੀ ਹੈ। ਲੈ ਤੇ ਫਿਰ MLA ਚੁਣਨ ਦੀ ਕੀ ਲੋੜ ਹੈ, ਕਾਹਦੇ ਵਾਸਤੇ ਵੋਟਾਂ ਪਾਉਣੇ ਤੁਸੀਂ? ਸੋ ਇਹ ਸੱਚਾਈਆਂ ਤੋਂ ਭੱਜ ਰਹੇ ਨੇ, ਜਿੰਨੇ ਵੀ ਅਧਿਕਾਰੀਗਣ ਨੇ ਉਹ ਸੱਚਾਈ ਦਾ ਸਾਹਮਣਾ ਕਰਨ ਤੋਂ ਭੱਜ ਰਹੇ ਨੇ, ਕਿਉਂਕਿ ਉੱਥੇ ਡਿਬੇਟ ਹੋਊਗੀ, ਵਿਰੋਧੀ ਪਾਰਟੀਆਂ ਸਵਾਲ ਚੱਕਣਗੀਆਂ, ਉਹਦਾ ਜਵਾਬ ਦੇਣਾ ਪਊਗਾ, ਜਵਾਬ ਹੈ ਨਹੀਂ। ਸੋ ਜਿੰਨੀਆਂ ਵੀ, ਜਿਵੇਂ ਮੈਂ ਤਾਂ ਪਹਿਲਾਂ ਵੀ ਕਿਹਾ ਸੀ ਕਿ ਜਿਹੜੀ ਪੰਜਾਬੀ ਯੂਨੀਵਰਸਿਟੀ ਹੈ ਉਹ ਕਰਜ਼ਾਈ ਹੋਈ ਪਈ ਹੈ, ਕਰਜ਼ਾ ਜਿਹੜਾ ਉਹਦੀਆਂ ਕਿਸ਼ਤਾਂ ਉਹਦੇ ਵਿੱਚ ਹੀ ਸਾਰਾ ਕੁਝ ਚਲਾ ਜਾਂਦਾ, ਕਰਜ਼ੇ ਦੀਆਂ ਕਿਸ਼ਤਾਂ 'ਚ। ਇਹੀ ਹਾਲ ਉੱਧਰ ਹੈ ਸਰਕਾਰ ਦਾ, ਠੀਕ ਹੈ ਜੀ। ਹਰ ਚੀਜ਼, ਜਿਹੜੀ ਵੀ ਚੀਜ਼ ਸਰਕਾਰੀ ਹੈ ਨਾ, ਉਹਨੂੰ ਖਤਮ ਕਰਨ ਲੱਗੇ ਹੋਏ ਨੇ। ਸਰਕਾਰੀ ਸਕੂਲ ਖਤਮ, ਪ੍ਰਾਈਵੇਟ ਖੋਲ੍ਹਤੀਆਂ ਦੁਕਾਨਾਂ, ਆਪਦੇ ਜਵਾਕਾਂ ਨੂੰ ਪੜਾਉਣਾ, ਪੜਾਓ, ਇੰਨੇ ਪੈਸੇ ਦੇ ਕੇ ਨਹੀਂ ਤਾਂ ਪੜਾਓ। ਸਰਕਾਰੀ ਬੱਸਾਂ ਖਤਮ, ਪ੍ਰਾਈਵੇਟ ਚੱਲਦੀਆਂ ਨੇ, ਬੰਦੇ ਮਾਰਦੀਆਂ ਫਿਰਦੀਆਂ ਨੇ, ਬੜੀਆਂ ਬੜੇ ਸ਼ੀਸ਼ਿਆਂ ਜਾਣੀਆਂ, ਜੇ ਉਹਨੇ ਚੜਨਾ ਚੜੋ, ਨਹੀਂ ਤਾਂ ਆਪਦਾ ਧੱਕੇ ਖਾਓ। ਸਰਕਾਰੀ ਹਸਪਤਾਲ ਖਤਮ, ਪ੍ਰਾਈਵੇਟ ਖੋਲ੍ਹਤੇ ਸ਼ੀਸ਼ਿਆਂ ਵਾਲੇ, ਪਹਿਲਾਂ 5 ਲੱਖ ਰੁਪਏ ਭਰਾਉਂਦੇ ਨੇ, ਜੇ ਇਲਾਜ ਕਰਾਉਣਾ ਕਰਾਓ, ਨਹੀਂ ਮਰੋ। ਸਰਕਾਰੀ ਸੜਕਾਂ ਖਤਮ, ਜਿਹੜੀ ਮਰਜ਼ੀ ਸੜਕ ਤੇ ਜਾਓ, ਨਾਕਾ ਲੱਗਿਆ ਹੋਇਆ, ਖੱਬੇ ਮੁੜ ਜਾਓ, ਸੱਜੇ ਮੁੜ ਜਾਓ, ਲਿਆਓ ਜੀ ਇੰਨੇ ਪੈਸੇ। ਆ ਵੀ ਤੁਹਾਡੀ ਬਿਲਕੁਲ ਬਿਰਕ ਸਾਹਿਬ ਦੀ ਸਹੀ ਗੱਲ ਹੈ, ਇੱਥੇ ਫੱਟੇ ਅੰਬਾਨੀਆਂ ਡਾਨੀਆਂ ਦੇ ਲੱਗਣਗੇ, ਕਿਉਂਕਿ ਹੌਲੀ ਹੌਲੀ ਇਹਨੂੰ ਖਤਮ ਕਰਕੇ, ਇਹਨੂੰ ਘਾਟੇ 'ਚ ਦਿਖਾ ਕੇ, ਇਹਨੂੰ ਲਾਇਬਿਲਿਟੀ ਬਣਾ ਕੇ, ਇਹਨੂੰ ਫਿਰ ਪ੍ਰਾਈਵੇਟ ਹੱਥਾਂ 'ਚ ਪਹਿਲਾਂ 49% ਕਰ ਲੈਣਗੇ, ਜਿਵੇਂ ਉਹ ਕਰੀ ਜਾਂਦਾ ਤਾਂ ਮੋਦੀ FDI, ਠੀਕ ਹੈ ਨਾ, ਬਾਅਦ 'ਚ ਉਹਨੂੰ 63% 67% ਤੇ ਲਿਜਾ ਕੇ। ਰੇਲਵੇ ਪ੍ਰਾਈਵੇਟ ਆ ਰਹੀ ਹੈ, ਰਿਲਾਇੰਸ ਰੇਲਵੇ ਆ ਰਹੀ ਹੈ 2023 'ਚ। ਏਅਰਪੋਰਟਾਂ ਵਾਲਾ ਕੱਲ ਪਰਸੋਂ ਹੋ ਜਾਣਾ ਡਿਸਕਸ, ਸਾਰੇ ਏਅਰਪੋਰਟ ਵੇਚਤੇ, ਏਅਰਪੋਰਟ ਗਏ ਜੀ, ਹਾਂਜੀ, LIC ਵੇਚਤੀ, ਭੇਲ ਵੇਚਤੀ, ਕੀ ਰਹਿ ਕੀ ਗਿਆ ਜੀ?
ਚਾਹ ਵੇਚਣ ਵਾਲੇ ਨੂੰ ਬਣਾ ਬੈਠੇ, ਉਹਨੇ ਮੁਲਕ ਹੀ ਵੇਚਤਾ। ਸੋ ਇਸ ਕਰਕੇ ਇੱਛਾ ਸ਼ਕਤੀ ਦੀ ਜਿਹੜੀ ਕਮੀ ਹੈ, ਦੇਸ਼ ਦੀ ਧਰਤੀ ਦਾ ਕੋਈ ਕਸੂਰ ਨਹੀਂ, ਲੋਕਾਂ ਦਾ ਕੋਈ ਕਸੂਰ ਨਹੀਂ, ਬੜੇ ਮਿਹਨਤੀ ਲੋਕ ਨੇ ਪੂਰੀ ਦੁਨੀਆ 'ਚ। ਪੰਜਾਬੀ ਪੂਰੀ ਦੁਨੀਆ 'ਚ ਕਾਮਯਾਬ ਨੇ, ਪੰਜਾਬ 'ਚ ਫੇਲ ਨੇ। ਕੀ ਗੱਲ ਜੀ? ਕਾਰਨ ਉਹੀ ਕਿ ਸਾਨੂੰ ਸਿਸਟਮ ਇੱਥੇ ਕੰਮ ਨਹੀਂ ਕਰਦਾ, ਸਾਨੂੰ ਸਿਸਟਮ ਇੱਥੇ ਤਰੱਕੀ ਨਹੀਂ ਕਰਦਾ। ਉੱਥੇ ਅਮਰੀਕਾ ਕੈਨੇਡਾ ਜਾਂਦੇ ਆ, ਬੜੇ ਵੱਡੇ ਵੱਡੇ ਬਿਜ਼ਨਸ ਨੇ ਆਪਣੇ ਪੰਜਾਬੀਆਂ ਦੇ, ਉੱਥੇ ਜੇ ਕੋਈ ਰੈਸਟੋਰੈਂਟ ਖੋਲ ਲੂਗਾ ਤਾਂ ਗਵਰਨਮੈਂਟ ਉਹਨੂੰ ਐਪਰੀਸ਼ੀਏਟ ਕਰਦੀ ਹੈ, ਤੂੰ ਵੱਡਾ ਰੈਸਟੋਰੈਂਟ ਕਰ, ਤੂੰ ਹੋਰ ਬੰਦਿਆਂ ਨੂੰ ਕੰਮ ਦੇ। ਇੱਥੇ ਖੋਲ ਲੋ ਢਾਬਾ, 10 ਕਾਰਾਂ 2 ਟਰੱਕ ਖੜਨ ਲੱਗੇ, ਉਹਦੀ ਆ ਜਾਣਗੇ ਹਿੱਸਾ ਪਾ ਸਾਡਾ। ਕੀ ਕਰੋਗੇ? ਹੈ ਖੋਲ ਕਿਵੇਂ ਲਿਆ ਤੂੰ? ਤਰੱਕੀ ਕਿਵੇਂ ਕਰ ਲਈ? ਸਾਨੂੰ ਪੁੱਛੇ ਨਾ। ਸੋ ਇਸ ਕਰਕੇ ਇਹ ਤੁਹਾਡੀਆਂ ਮੰਗਾਂ ਜਿਹੜੀਆਂ ਨੇ, ਮੈਂ ਸਾਰੀਆਂ ਪੜ੍ਹੀਆਂ ਨੇ, ਮੈਂ ਸਾਰੀਆਂ ਪੜ੍ਹ ਲਈਆਂ ਤੁਹਾਡੀਆਂ ਮੰਗਾਂ। ਭਾਵੇਂ ਉਹ ਤੁਹਾਡੇ GPF ਵਾਲੀ ਕਟੌਤੀ ਹੈ, ਭਾਵੇਂ ਉਹ ਰਜਿਸਟਰਾਰ ਦੀ ਤੇ ਪ੍ਰੀਖਿਆ ਕੰਟਰੋਲਰ ਦੀ ਜਿਹੜੀ ਤੇ ਫਾਈਨੈਂਸਰ ਦੀ ਜਿਹੜੀ ਪੋਸਟ ਹੈ, ਉਹਨੂੰ ਐਡ ਦੇ ਕੇ ਬਕਾਇਦਾ ਟੈਲੈਂਟਡ ਬੰਦੇ, ਡਿਜ਼ਰਵਿੰਗ ਬੰਦੇ ਉੱਥੇ ਰੱਖੋ, ਨਾ ਕਿ ਆਪਣੇ ਚਹੇਤਿਆਂ ਨੂੰ ਵੰਡੀਆਂ ਜਾਣ ਉਹ। ਸੋ ਕਰਮਚਾਰੀ ਮੇਰੇ ਖਿਆਲ ਚ ਨੌਨ ਟੀਚਿੰਗ ਸਟਾਫ ਉਹਦੇ ਬੈਠੇ, ਰਜਿਸਟਰ ਆਫਿਸ ਬੈਠਾ। ਹਾਂ, ਮੈਂ ਉੱਥੇ ਵੀ ਜਾ ਕੇ। ਸੋ ਮਤਲਬ ਇਹ ਕਿ ਇੱਕ ਅਦਾਰਾ ਜਿਹੜਾ ਹੈ ਉਹ